ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਰੱਬ ਨੇ ਮੈਨੂੰ ਬਹੁਤ ਸੋਹਣਾ ਬਣਾਇਆ, ਪਰ ਓਨੀ ਹੀ ਗਰੀਬੀ ਵੀ ਦਿੱਤੀ। ਸਾਡੇ ਘਰ ਦੀ ਗਰੀਬੀ ਦਾ ਬਹੁਤ ਵੱਡਾ ਕਾਰਨ ਮੇਰੇ ਪਿਓ ਦਾ ਜੁਆਰੀਪੁਣਾ ਸੀ। ਹਰ ਵਕਤ ਜੂਆ ਖੇਡਦਾ ਰਹਿੰਦਾ, ਨਾ ਕੋਈ ਕੰਮਕਾਰ ਕਰਦਾ। ਉਸ ਦੇ ਜੂਏ ਖੇਡਣ ਦੀ ਲੱਤ ਨੇ ਸਾਡੇ ਘਰ ਦਾ ਸਾਰਾ ਸਮਾਨ ਵਿਕਾ ਦਿੱਤਾ। ਇੱਥੋਂ ਤੱਕ ਕਿ ਉਸ ਨੇ ਰਸੋਈ ਦੇ ਭਾਂਡੇ ਤੱਕ ਵੇਚ ਦਿੱਤੇ। ਪਹਿਲਾਂ ਮੇਰੀ ਮਾਂ ਨੇ ਮੇਰੇ ਪਿਓ ਨੂੰ ਬਹੁਤ ਸਮਝਾਇਆ, ਜਿਸ ਦੀ ਵਜ੍ਹਾ ਨਾਲ ਸਾਡੇ ਘਰ ਵਿੱਚ ਆਏ ਦਿਨ ਲੜਾਈ ਹੁੰਦੀ ਰਹਿੰਦੀ, ਜਿਸ ਕਰਕੇ ਮੇਰਾ ਪਿਓ ਮੇਰੀ ਮਾਂ ਨੂੰ ਬਹੁਤ ਕੁੱਟਦਾ ਵੀ ਸੀ। ਜਿਸ ਤੋਂ ਤੰਗ ਆ ਕੇ ਮੇਰੀ ਮਾਂ ਨੇ ਹੁਣ ਉਸ ਦਾ ਖਹਿੜਾ ਛੱਡ ਦਿੱਤਾ ਤੇ ਆਪ ਕੰਮ ਕਰਨ ਲੱਗੀ, ਜੋ ਆਪਣੇ ਬੱਚਿਆਂ ਦਾ ਤੇ ਘਰ ਦਾ ਖਰਚਾ ਚਲਾ ਸਕੇ। ਉਹ ਲੋਕਾਂ ਦੇ ਘਰਾਂ ਵਿੱਚ ਜਾ ਕੇ ਭਾਂਡੇ ਮਾਂਜਦੀ, ਝਾੜੂ ਪੋਚਾ ਕਰਦੀ। ਮਾਂ ਦੇ ਕੰਮ ਕਰਨ ਨਾਲ ਹੀ ਸਾਨੂੰ ਰੋਟੀ ਨਸੀਬ ਹੁੰਦੀ, ਪਰ ਮਾਂ ਦਾ ਸਾਥ ਵੀ ਸਾਨੂੰ ਬਹੁਤੀ ਦੇਰ ਨਾ ਮਿਲ ਸਕਿਆ। ਮੇਰੇ ਪਿਓ ਦੇ ਗਮ ਨੇ ਉਸ ਨੂੰ ਮਾਰ ਮੁਕਾਇਆ ਸੀ। ਇੱਕ ਦਿਨ ਬਿਮਾਰ ਹੋ ਕੇ ਮੰਜੇ 'ਤੇ ਅਜਿਹੀ ਡਿੱਗੀ ਕਿ ਮੁੜ ਕੇ ਉੱਠੀ ਹੀ ਨਹੀਂ। ਮੇਰੇ ਪਿਓ ਦੀਆਂ ਗਲਤ ਹਰਕਤਾਂ ਕਰਕੇ ਰਿਸ਼ਤੇਦਾਰ ਤਾਂ ਪਹਿਲਾਂ ਹੀ ਸਾਡੇ ਨਾਲੋਂ ਟੁੱਟ ਗਏ ਸੀ। ਹੁਣ ਨਾ ਕੋਈ ਸਾਡੇ ਘਰ ਆਉਂਦਾ ਸੀ ਤੇ ਨਾ ਹੀ ਸਾਨੂੰ ਕੋਈ ਬੁਲਾਉਂਦਾ ਸੀ, ਜਿਸ ਕਾਰਨ ਮੈਂ ਹੁਣ ਬਿਲਕੁਲ ਇਕੱਲੀ ਰਹਿ ਗਈ ਸੀ। ਮੇਰਾ ਪਿਓ ਹਮੇਸ਼ਾ ਹੀ ਘਰ ਤੋਂ ਬਾਹਰ ਰਹਿੰਦਾ। ਜਦੋਂ ਕਦੇ ਰੋਟੀ ਮਿਲਦੀ ਤਾਂ ਖਾ ਲੈਂਦੀ, ਨਹੀਂ ਤਾਂ ਭੁੱਖੇ ਪੇਟ ਹੀ ਸੌ ਜਾਂਦੀ। ਅੱਜ ਮਾਂ ਨੂੰ ਯਾਦ ਕਰ ਰਹੀ ਸੀ, ਐਨੇ ਨੂੰ ਜ਼ੋਰ ਨਾਲ ਦਰਵਾਜ਼ਾ ਖੁੱਲ੍ਹਿਆ। ਮੇਰਾ ਪਿਓ ਅੰਦਰ ਆਇਆ। ਮੈਨੂੰ ਕਹਿਣ ਲੱਗਾ ਕਿ ਮੈਂ ਤੈਨੂੰ ਅੱਜ ਜੂਏ ਵਿੱਚ ਹਾਰ ਗਿਆ ਹਾਂ। ਉਸ ਦੀ ਗੱਲ ਸੁਣ ਕੇ ਮੇਰੀ ਰੂਹ ਕੰਬ ਗਈ। ਮੇਰਾ ਪਿਓ ਮੈਨੂੰ ਕਹਿੰਦਾ, ਬਾਹਰ ਕੁਝ ਬੰਦੇ ਤੈਨੂੰ ਲੈਣ ਲਈ ਆਏ ਹਨ, ਉਹਨਾਂ ਨਾਲ ਤੈਨੂੰ ਜਾਣਾ ਪਵੇਗਾ। ਮੈਂ ਆਪਣੇ ਪਿਓ ਵੱਲ ਨਫ਼ਰਤ ਭਰੀਆਂ ਅੱਖਾਂ ਨਾਲ ਦੇਖ ਰਹੀ ਸੀ। ਮੈਂ ਉਸ ਨੂੰ ਕਿਹਾ, ਤੂੰ ਬਾਪ ਨਹੀਂ ਹੋ ਸਕਦਾ, ਕਸਾਈ ਤੋਂ ਵੀ ਵੱਧ ਕੇ ਹੈ। ਉਹ ਵਾਰ-ਵਾਰ ਮੈਥੋਂ ਮਾफ़ੀ ਮੰਗ ਰਿਹਾ ਸੀ ਤੇ ਮੇਰੇ ਅੱਗੇ ਹੱਥ ਜੋੜ ਰਿਹਾ ਸੀ, ਪਰ ਮੇਰੇ ਕੋਲ ਉਸ ਲਈ ਕੋਈ ਮਾफ़ੀ ਨਹੀਂ ਸੀ, ਨਾ ਹੀ ਉਸ ਦੇ ਰੋਣ ਦਾ ਕੋਈ ਅਸਰ ਹੋ ਰਿਹਾ ਸੀ। ਬਾਹਰ ਖੜ੍ਹੇ ਲੋਕ ਜ਼ੋਰ-ਜ਼ੋਰ ਨਾਲ ਦਰਵਾਜ਼ਾ ਖੜਕਾ ਰਹੇ ਸੀ, ਜਿਹੜੇ ਮੈਨੂੰ ਜੂਏ ਵਿੱਚ ਜਿੱਤੇ ਸੀ। ਉਹ ਕਹਿ ਰਹੇ ਸੀ ਕਿ ਕੁੜੀ ਨੂੰ ਛੇਤੀ ਭੇਜ। ਮੇਰੇ ਪਿਓ ਨੇ ਇੱਕ ਵਾਰ ਫਿਰ ਮੈਥੋਂ ਮਾਫ਼ੀ ਮੰਗੀ ਤੇ ਮੇਰੀ ਬਾਂਹ ਫੜ ਕੇ ਘਰ ਤੋਂ ਬਾਹਰ ਲੈ ਗਿਆ। ਬਾਹਰ ਦੋ ਮੁੰਡੇ ਖੜ੍ਹੇ ਸੀ ਜੋ ਬਿਲਕੁਲ ਬਦਮਾਸ਼ ਲੱਗ ਰਹੇ ਸੀ। ਮੇਰੇ ਪਿਓ ਨੇ ਮੇਰਾ ਹੱਥ ਉਹਨਾਂ ਦੇ ਹੱਥ ਵਿੱਚ ਦੇ ਦਿੱਤਾ। ਉਹ ਮੈਨੂੰ ਲੈ ਕੇ ਗੱਡੀ ਵਿੱਚ ਬੈਠ ਗਏ। ਮੈਂ ਰੋਂਦੀ ਕੁਰਲਾਉਂਦੀ ਰਹੀ, ਕਿਸੇ 'ਤੇ ਕੋਈ ਅਸਰ ਨਹੀਂ ਹੋਇਆ। ਮੇਰਾ ਪਿਓ ਉੱਥੇ ਹੀ ਢੇਰ ਹੋ ਗਿਆ। ਫਿਰ ਉਹਨਾਂ ਮੁੰਡਿਆਂ ਨੇ ਮੈਨੂੰ ਇੱਕ ਕੋਠੇ ਵਾਲੀ ਕੋਲ ਜਾ ਕੇ ਵੇਚ ਦਿੱਤਾ। ਉਹ ਪੈਸੇ ਲੈ ਕੇ ਚਲੇ ਗਏ। ਫਿਰ ਕੋਠੇ ਵਾਲੀ ਨੇ ਇੱਕ ਮੁੰਡੇ ਨੂੰ ਕਿਹਾ, ਇਸ ਨੂੰ ਕੁੜੀਆਂ ਵਾਲੇ ਕਮਰੇ ਵਿੱਚ ਛੱਡ ਆਵੇ, ਇਹ ਅੱਜ ਤੋਂ ਇੱਥੇ ਹੀ ਰਹੇਗੀ। ਉਹ ਮੈਨੂੰ ਅਜੀਬ ਜਿਹੀ ਲੱਗ ਰਹੀ ਸੀ। ਮੈਂ ਉਸ ਮੁੰਡੇ ਦੇ ਪਿੱਛੇ ਜਾ ਰਹੀ ਸੀ। ਫਿਰ ਉਸਨੇ ਮੈਨੂੰ ਕੁੜੀਆਂ ਵਾਲੇ ਕਮਰੇ ਵਿੱਚ ਭੇਜ ਦਿੱਤਾ, ਜਿੱਥੇ ਪਹਿਲਾਂ ਹੀ ਕਈ ਕੁੜੀਆਂ ਬੈਠੀਆਂ ਸੀ। ਮੈਂ ਉੱਥੇ ਜਾ ਕੇ ਰੋਣ ਲੱਗੀ, ਪਰ ਕਿਸੇ ਨੂੰ ਵੀ ਮੇਰੇ ਹੰਝੂਆਂ 'ਤੇ ਕੋਈ ਤਰਸ ਨਹੀਂ ਆ ਰਿਹਾ ਸੀ। ਉਹਨਾਂ ਵਿੱਚੋਂ ਇੱਕ ਕੁੜੀ ਉੱਠ ਕੇ ਮੇਰੇ ਕੋਲ ਆਈ ਤੇ ਮੈਨੂੰ ਕਹਿਣ ਲੱਗੀ, ਰੋਣ ਦਾ ਕੋਈ ਫਾਇਦਾ ਨਹੀਂ, ਇੱਥੇ ਸਾਡੇ ਹੰਝੂਆਂ ਦਾ ਕੋਈ ਮੁੱਲ ਨਹੀਂ ਪੈਂਦਾ। ਮੈਂ ਵੀ ਸੋਚਿਆ, ਜਦੋਂ ਮੇਰੇ ਪਿਓ ਨੇ ਹੀ ਨਹੀਂ ਸੋਚਿਆ। ਮੈਂ ਸੁਣ ਰੱਖਿਆ ਸੀ ਕਿ ਇੱਥੇ ਨੱਚਣ ਤੋਂ ਬਿਨਾਂ ਗਲਤ ਕੰਮ ਵੀ ਹੁੰਦਾ ਹੈ। ਐਨੇ ਨੂੰ ਇੱਕ ਮੁੰਡਾ ਆਇਆ ਤੇ ਮੇਰੀ ਫੋਟੋ ਖਿੱਚ ਕੇ ਲੈ ਗਿਆ। ਮੈਂ ਉਸ ਕੁੜੀ ਨੂੰ ਪੁੱਛਿਆ, ਇਸਨੇ ਮੇਰੀ ਫੋਟੋ ਕਿਉਂ ਖਿੱਚੀ? ਤਾਂ ਉਸਨੇ ਕਿਹਾ, ਗਾਹਕ ਆਉਂਦੇ ਹਨ। ਸਾਰੀਆਂ ਕੁੜੀਆਂ ਦੀਆਂ ਫੋਟੋਆਂ ਗਾਹਕਾਂ ਨੂੰ ਦਿਖਾਈਆਂ ਜਾਂਦੀਆਂ ਹਨ। ਜਿਹੜੀ ਕੁੜੀ ਜਿਸ ਗਾਹਕ ਨੂੰ ਪਸੰਦ ਆਉਂਦੀ ਹੈ, ਉਸ ਨਾਲ ਹੀ ਰਾਤ ਗੁਜ਼ਾਰਦਾ ਹੈ। ਸੁਣ ਕੇ ਮੈਂ ਕੰਬ ਗਈ। ਮੈਨੂੰ ਆਪਣੇ ਆਪ ਨਾਲ ਨਫ਼ਰਤ ਹੋ ਰਹੀ ਸੀ। ਰਾਤ ਨੂੰ ਉਹੀ ਮੁੰਡਾ ਆਇਆ ਤੇ ਪੂਜਾ ਆਜਾ ਉਸ ਕੁੜੀ ਨੂੰ ਆਪਣੇ ਨਾਲ ਲੈ ਗਿਆ। ਮੈਂ ਸੋਚ ਰਹੀ ਸੀ, ਉਹ ਮੁੰਡਾ ਜਦੋਂ ਦੁਬਾਰਾ ਆਏਗਾ ਤਾਂ ਮੇਰਾ ਨਾਮ ਬੋਲੇਗਾ। ਰੱਬ ਅੱਗੇ ਬਾਰ-ਬਾਰ ਅਰਦਾਸ ਕਰ ਰਹੀ ਸੀ ਕਿ ਮੇਰੀ ਇੱਜ਼ਤ ਬਚਾ ਲਵੇ। ਉਹ ਮੁੰਡਾ ਥੋੜ੍ਹੀ ਦੇਰ ਬਾਅਦ ਆਉਂਦਾ ਤੇ ਇੱਕ-ਇੱਕ ਕਰਕੇ ਕੁੜੀਆਂ ਦੇ ਨਾਮ ਬੋਲਦਾ। ਜਿਸ ਦਾ ਨਾਮ ਬੋਲਦਾ, ਉਹੀ ਕੁੜੀ ਉਸ ਨਾਲ ਤੁਰ ਪੈਂਦੀ। ਅਖੀਰ ਵਿੱਚ ਮੈਂ ਇਕੱਲੀ ਰਹਿ ਗਈ। ਹੁਣ ਮੈਨੂੰ ਯਕੀਨ ਹੋ ਗਿਆ ਸੀ ਕਿ ਇਸ ਵਾਰ ਮੈਨੂੰ ਲੈ ਕੇ ਜਾਵੇਗਾ, ਪਰ ਰੱਬ ਦਾ ਸ਼ੁਕਰ ਹੈ, ਪੂਰੀ ਰਾਤ ਬੀਤਣ ਤੋਂ ਬਾਅਦ ਵੀ ਮੇਰੇ ਲਈ ਕੋਈ ਨਹੀਂ ਆਇਆ। ਮੈਂ ਰੱਬ ਦਾ ਸ਼ੁਕਰਾਨਾ ਕੀਤਾ ਕਿ ਉਸਨੇ ਮੇਰੀ ਇੱਜ਼ਤ ਬਚਾ ਲਈ। ਪੂਰੀ ਰਾਤ ਮੈਨੂੰ ਜਾਗਦਿਆਂ ਲੰਘਾਉਣੀ ਪਈ।
ਬਾਕੀ ਸਾਰੀਆਂ ਕੁੜੀਆਂ ਆਪਣੇ ਆਪਣੇ ਕਮਰਿਆਂ ਵਿੱਚ ਆ ਕੇ ਸੌਂ ਗਈਆਂ। ਕਿਉਂਕਿ ਮੈਂ ਵੀ ਰਾਤ ਭਰ ਨਹੀਂ ਸੋਈ ਸੀ ਤਾਂ ਮੈਂ ਵੀ ਸੋ ਗਈ। ਦੁਪਹਿਰੇ 2 ਵਜੇ ਉਸ ਮੁੰਡੇ ਨੇ ਸਾਰੀਆਂ ਕੁੜੀਆਂ ਨੂੰ ਜਗਾ ਦਿੱਤਾ, ਪਰ ਮੈਨੂੰ ਨਹੀਂ ਜਗਾਇਆ, ਪਤਾ ਨਹੀਂ ਕਿਉਂ। ਐਨੇ ਨੂੰ ਕੋਠੇ ਵਾਲੀ ਮਾਲਕਣ ਕਮਰੇ ਵਿੱਚ ਆਈ ਤੇ ਗੁੱਸੇ ਵਿੱਚ ਬੋਲੀ, ਰਾਤ ਕਿਸ ਦੀ ਤਬੀਅਤ ਖਰਾਬ ਹੋਈ ਸੀ। ਸਾਰਿਆਂ ਨੇ ਇੱਕ ਦੂਜੇ ਦੇ ਮੂੰਹ ਵੱਲ ਦੇਖਿਆ ਤੇ ਇੱਕ ਕੁੜੀ ਨੇ ਮੇਰੇ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਇਸ ਕੁੜੀ ਦੀ ਤਬੀਅਤ ਖਰਾਬ ਹੋਈ ਸੀ। ਉਹ ਮੇਰੇ ਕੋਲ ਆਈ ਤੇ ਉਸ ਨੇ ਮੈਨੂੰ ਸਿਰ ਤੋਂ ਲੈ ਕੇ ਪੈਰਾਂ ਤੱਕ ਦੇਖਿਆ ਤੇ ਮੈਨੂੰ ਕਿਹਾ, ਕੁੜੀਏ, ਮੈਂ ਤੈਨੂੰ ਬਹੁਤ ਪੈਸੇ ਦੇ ਕੇ ਖਰੀਦਿਆ ਹੈ, ਕੋਈ ਬਹਾਨਾ ਨਹੀਂ ਚੱਲੇਗਾ। ਤੂੰ ਹੁਣ ਇੱਥੇ ਹੀ ਰਹਿਣਾ ਹੈ ਤੇ ਉਹੀ ਸਭ ਕਰਨਾ ਪਵੇਗਾ ਜੋ ਬਾਕੀ ਕੁੜੀਆਂ ਕਰਦੀਆਂ ਹਨ। ਉਸ ਔਰਤ ਅੱਗੇ ਆਪਣੇ ਹੱਥ ਜੋੜੇ ਬਹੁਤ ਮਿੰਨਤਾਂ ਤਰਲੇ ਕੀਤੇ ਕਿ ਮੈਂ ਇੱਕ ਇੱਜ਼ਤਦਾਰ ਘਰ ਦੀ ਕੁੜੀ ਹਾਂ। ਉਹ ਕਹਿਣ ਲੱਗੀ, ਇਹ ਸਾਰੀਆਂ ਹੀ ਇੱਜ਼ਤਦਾਰ ਘਰ ਦੀਆਂ ਹਨ। ਅੱਜ ਰਾਤ ਨੂੰ ਬਹੁਤ ਜ਼ਿਆਦਾ ਸਪੈਸ਼ਲ ਗਾਹਕ ਨੇ ਆਉਣਾ ਹੈ, ਤਿਆਰ ਹੋ ਕੇ ਰਹੀ। ਉਸ ਨੂੰ ਛੋਟੀ ਉਮਰ ਦੀਆਂ ਤੇ ਸੋਹਣੀਆਂ ਕੁੜੀਆਂ ਪਸੰਦ ਹਨ। ਰਾਮੂ ਤੈਨੂੰ ਨਵੇਂ ਕੱਪੜੇ ਲਿਆ ਕੇ ਦੇਵੇਗਾ, ਚੰਗੀ ਤਰ੍ਹਾਂ ਤਿਆਰ ਹੋ ਜਾਈਂ। ਉਸ ਔਰਤ ਦੇ ਜਾਣ ਤੋਂ ਬਾਅਦ ਮੈਂ ਫਿਰ ਉੱਚੀ ਉੱਚੀ ਰੋਣ ਲੱਗੀ। ਰਾਮੂ ਨੇ ਮੈਨੂੰ ਕੱਪੜੇ ਲਿਆ ਕੇ ਦਿੱਤੇ ਜੋ ਮੈਂ ਪਾ ਲਏ, ਪਰ ਮੈਂ ਤਿਆਰ ਨਹੀਂ ਹੋਣਾ ਚਾਹੁੰਦੀ ਸੀ। ਪਰ ਇੱਕ ਕੁੜੀ ਨੇ ਕਿਹਾ, ਜੇ ਮਾਲਕਣ ਦਾ ਕਹਿਣਾ ਨਾ ਮੰਨਿਆ ਤਾਂ ਬਹੁਤ ਕੁੱਟਿਆ ਜਾਂਦਾ ਹੈ। ਡਰ ਦੇ ਕਾਰਨ ਮੈਂ ਤਿਆਰ ਹੋ ਗਈ। ਜਿੰਨੀਆਂ ਵੀ ਉੱਥੇ ਕੁੜੀਆਂ ਸੀ, ਮੈਂ ਸਭ ਤੋਂ ਸੋਹਣੀ ਲੱਗ ਰਹੀ ਸੀ। ਸਾਰੀਆਂ ਕੁੜੀਆਂ ਮੈਨੂੰ ਘੂਰ-ਘੂਰ ਕੇ ਦੇਖ ਰਹੀਆਂ ਸੀ। ਰਾਮੂ ਕਮਰੇ ਵਿੱਚ ਆਇਆ। ਜਿਸ ਕੁੜੀ ਦਾ ਨਾਮ ਲੈਂਦਾ, ਉਹੀ ਕੁੜੀ ਉਸ ਦੇ ਪਿੱਛੇ-ਪਿੱਛੇ ਚਲੀ ਜਾਂਦੀ। ਸਾਰੀਆਂ ਕੁੜੀਆਂ ਇੱਕ-ਇੱਕ ਕਰਕੇ ਚਲੀਆਂ ਗਈਆਂ। ਮੈਂ ਇਕੱਲੀ ਰਹਿ ਗਈ। ਪਰ ਪਿਛਲੀ ਰਾਤ ਦੀ ਤਰ੍ਹਾਂ ਅੱਜ ਵੀ ਰਾਮੂ ਨੇ ਮੇਰਾ ਨਾਮ ਨਹੀਂ ਲਿਆ। ਅੱਜ ਫਿਰ ਵਾਹਿਗੁਰੂ ਨੇ ਮੇਰੀ ਇੱਜ਼ਤ ਬਚਾ ਲਈ। ਸਵੇਰ ਹੋਈ ਤੇ ਕੁੜੀਆਂ ਆਪੋ ਆਪਣੇ ਪਲੰਗ 'ਤੇ ਆ ਕੇ ਸੌਂ ਗਈਆਂ। ਮੈਂ ਸੋਚ ਰਹੀ ਸੀ ਕਿ ਮੇਰੀ ਫੋਟੋ ਗਾਹਕ ਨੂੰ ਪਸੰਦ ਕਿਉਂ ਨਹੀਂ ਆਉਂਦੀ, ਪਰ ਦੂਜੇ ਪਾਸੇ ਮੈਂ ਖੁਸ਼ ਸੀ ਕਿ ਮੇਰੀ ਇੱਜ਼ਤ ਬਚ ਰਹੀ ਸੀ। ਜਦੋਂ ਮੈਂ ਆਪਣੇ ਪਿੰਡ ਰਹਿੰਦੀ ਸੀ ਤਾਂ ਸਾਰੀਆਂ ਕੁੜੀਆਂ ਮੇਰੇ ਤੋਂ ਖਾਰ ਖਾਂਦੀਆਂ ਸੀ। ਰਿਸ਼ਤੇਦਾਰਾਂ ਦੀਆਂ ਕੁੜੀਆਂ ਵੀ ਬਹੁਤ ਖਾਰ ਖਾਂਦੀਆਂ ਸੀ, ਪਰ ਮੇਰੇ ਪਿਓ ਦੀਆਂ ਗਲਤ ਹਰਕਤਾਂ ਕਰਕੇ ਮੇਰੇ ਲਈ ਕੋਈ ਰਿਸ਼ਤਾ ਨਹੀਂ ਆਇਆ। ਕਈ ਵਾਰ ਮਾਂ-ਪਿਓ ਦੇ ਗਲਤ ਕੰਮਾਂ ਦਾ ਨਤੀਜਾ ਔਲਾਦ ਨੂੰ ਭੁਗਤਣਾ ਪੈਂਦਾ ਹੈ। ਮੇਰੇ ਪਿਓ ਦੀਆਂ ਕਰਤੂਤਾਂ ਦੇ ਦਾਗ ਮੇਰੀ ਜ਼ਿੰਦਗੀ ਉੱਤੇ ਲੱਗ ਚੁੱਕੇ ਸੀ। ਮੇਰੀ ਮਾਂ ਦੱਸਦੀ ਸੀ ਕਿ ਮੇਰਾ ਪਿਓ ਪਹਿਲਾਂ ਬਹੁਤ ਜ਼ਿਆਦਾ ਸਮਝਦਾਰ ਤੇ ਸਾਊ ਹੁੰਦਾ ਸੀ। ਪਤਾ ਨਹੀਂ ਕਿਵੇਂ ਉਸ ਨੂੰ ਇਹ ਭੈੜੀ ਲੱਤ ਲੱਗ ਗਈ। ਮੈਨੂੰ ਯਾਦ ਹੈ ਜਦੋਂ ਮੈਂ ਛੋਟੀ ਸੀ, ਮੇਰੀ ਮਾਂ ਹਰ ਵਕਤ ਮੇਰੇ ਪਿਓ ਨੂੰ ਸਮਝਾਉਂਦੀ ਕਿ ਗਲਤ ਕੰਮਾਂ ਦੇ ਗਲਤ ਨਤੀਜੇ ਹੁੰਦੇ ਹਨ, ਪਰ ਮੇਰੇ ਪਿਓ ਨੇ ਉਸ ਦੀ ਇੱਕ ਨਾ ਸੁਣੀ। ਇੱਥੇ ਬੈਠੀ ਸੋਚ ਰਹੀ ਸੀ ਕਿ ਜੇ ਕਿਤੇ ਮੇਰੇ ਪਿਓ ਦੀਆਂ ਇਹਨਾਂ ਹਰਕਤਾਂ ਬਾਰੇ ਮੈਨੂੰ ਪਹਿਲਾਂ ਪਤਾ ਹੁੰਦਾ ਤਾਂ ਮੈਂ ਆਪਦੇ ਹੀ ਘਰੋਂ ਭੱਜ ਜਾਂਦੀ। ਫਿਰ ਮੈਨੂੰ ਇੱਥੇ ਨਾ ਫਸਣਾ ਪੈਂਦਾ। ਇੱਥੇ ਹਰ ਪਲ ਮੇਰਾ ਦਮ ਘੁੱਟ ਰਿਹਾ ਸੀ। ਕਦੇ ਮੈਂ ਸੋਚਦੀ ਮੈਂ ਆਪਣੇ ਆਪ ਨੂੰ ਖਤਮ ਕਰ ਲਵਾਂ, ਕਿਉਂਕਿ ਅਜਿਹੀ ਜ਼ਿੰਦਗੀ ਜੀਣ ਨਾਲੋਂ ਮੌਤ ਕਿਤੇ ਜ਼ਿਆਦਾ ਚੰਗੀ ਸੀ। ਫਿਰ ਮੈਂ ਇੱਥੇ ਭੱਜਣ ਦਾ ਇਰਾਦਾ ਕੀਤਾ। ਜੇ ਮਰਨਾ ਹੀ ਹੈ ਤਾਂ ਕੁਝ ਕਰਕੇ ਮਰਾਂ। ਪਰ ਇੱਥੋਂ ਭੱਜਣਾ ਬਹੁਤ ਮੁਸ਼ਕਿਲ ਸੀ, ਕਿਉਂਕਿ ਮਾਲਕਣ ਨੇ ਹਰ ਪਾਸੇ ਪਹਿਰੇਦਾਰ ਬਿਠਾ ਰੱਖੇ ਸੀ। ਹੁਣ ਮੈਨੂੰ ਇੱਥੇ ਆਇਆ 20 ਦਿਨ ਹੋ ਚੁੱਕੇ ਸੀ। ਕਿਸੇ ਵੀ ਗਾਹਕ ਨੂੰ ਅਜੇ ਤੱਕ ਮੈਂ ਪਸੰਦ ਨਹੀਂ ਸੀ ਆਈ। ਪੂਰੀ ਰਾਤ ਜਾਗਦਿਆਂ ਲਗਾਉਣੀ ਪੈਂਦੀ ਸੀ। ਪਤਾ ਨਹੀਂ ਕਦੋਂ ਨਾਮ ਬੋਲਿਆ ਜਾਵੇ। ਮੇਰੇ ਨਾਲ ਬਾਕੀ ਕੁੜੀਆਂ ਵੀ ਹੈਰਾਨ ਸੀ ਕਿ ਆਖਿਰ ਇਸ ਨੂੰ ਕਿਉਂ ਨਹੀਂ ਬੁਲਾਇਆ ਜਾਂਦਾ। ਮੈਂ ਸੋਚਦੀ ਕਿ ਆਪਣੇ ਘਰ ਵਿੱਚ ਰੁੱਖੀ ਸੁੱਖੀ ਜੋ ਵੀ ਮਿਲਦਾ ਸੀ, ਘੱਟੋ ਘੱਟ ਇੱਜ਼ਤ ਨਾਲ ਤਾਂ ਖਾਂਦੀ ਸੀ। ਇੱਕ ਦਿਨ ਰਾਮੂ ਨੂੰ ਮੈਂ ਦੇਖ ਰਹੀ ਸੀ। ਮੈਨੂੰ ਲੱਗਿਆ ਕਿ ਜਿਵੇਂ ਉਹ ਕਿਸੇ ਮਜਬੂਰੀ ਵਾਸਤੇ ਕੰਮ ਕਰ ਰਿਹਾ ਹੋਵੇ। ਉਹ ਮੈਨੂੰ ਬਹੁਤ ਭਲਾ ਇਨਸਾਨ ਲੱਗਦਾ ਸੀ। ਫਿਰ ਮੈਂ ਸੋਚਿਆ ਮਾਲਕਣ ਨੂੰ ਪੁੱਛ ਕੇ ਦੇਖਦੀ ਹਾਂ ਕਿ ਮੈਨੂੰ ਇੱਥੋਂ ਜਾਣ ਦੇਵੇ। ਮੈਂ ਕੰਮ ਕਰਾਂਗੀ ਤੇ ਉਸਦੇ ਸਾਰੇ ਪੈਸੇ ਵਾਪਸ ਕਰ ਦੇਵਾਂਗੀ। ਮੇਰੀ ਗੱਲ ਸੁਣ ਕੇ ਉਹ ਜ਼ੋਰ-ਜ਼ੋਰ ਦੀ ਹੱਸਣ ਲੱਗੀ ਤੇ ਮੈਨੂੰ ਕਹਿੰਦੀ, ਮੈਨੂੰ ਮੂਰਖ ਸਮਝ ਰਹੀ ਹੈ ਜੋ ਤੈਨੂੰ ਇੱਥੋਂ ਜਾਣ ਦੇਵਾਂਗੀ। ਤੂੰ ਤਾਂ ਮੇਰੀ ਸੋਨੇ ਦੇ ਅੰਡੇ ਦੇਣ ਵਾਲੀ ਮੁਰਗੀ ਆ। ਮੈਂ ਥੱਕ ਹਾਰ ਕੇ ਫਿਰ ਆਪਣੇ ਕਮਰੇ ਵਿੱਚ ਵਾਪਸ ਆ ਗਈ। ਅੱਜ ਫਿਰ ਸਾਰੀਆਂ ਕੁੜੀਆਂ ਵਾਰੋ-ਵਾਰ ਚਲੀਆਂ ਗਈਆਂ। ਅੱਜ ਫਿਰ ਮੇਰਾ ਨਾਮ ਨਹੀਂ ਬੋਲਿਆ ਗਿਆ। ਮੈਂ ਬੈਠ ਕੇ ਭੱਜਣ ਦੀ ਸਕੀਮ ਸੋਚ ਰਹੀ ਸੀ ਕਿ ਫਿਰ ਸਾਹਮਣੇ ਮੈਨੂੰ ਰਾਮੂ ਦਿਖਿਆ। ਉਹ ਕਿਸੇ ਆਦਮੀ ਨੂੰ ਮੇਰੀ ਤਸਵੀਰ ਦਿਖਾ ਰਿਹਾ ਸੀ।
ਉਸ ਆਦਮੀ ਨੇ ਜਦੋਂ ਦੇਖਿਆ, ਮੇਰੇ ਸਿਰ 'ਤੇ ਅਸਮਾਨ ਡਿੱਗ ਗਿਆ। ਇਹ ਮੇਰੇ ਪਿੰਡ ਦੇ ਰਹਿਣ ਵਾਲਾ ਸੀ, ਜਿਸ ਦੀ ਉਮਰ ਕੋਈ 50-60 ਸਾਲ ਹੋਵੇਗੀ। ਉਸ ਦੀਆਂ ਆਪਣੀਆਂ ਜਵਾਨ ਧੀਆਂ ਸਨ। ਉਸ ਨੂੰ ਇਸ ਜਗ੍ਹਾ 'ਤੇ ਦੇਖ ਕੇ ਮੈਂ ਸੋਚ ਰਹੀ ਸੀ ਕਿ ਜਿਸ ਆਦਮੀ ਦੀ ਪਿੰਡ ਵਿੱਚ ਇੱਜ਼ਤ ਹੁੰਦੀ ਹੈ, ਉਹ ਇਸ ਜਗ੍ਹਾ ਉੱਤੇ ਆਇਆ ਹੈ। ਉਸ ਦੀ ਸ਼ਰਾਫਤ ਦੀ ਅੱਜ ਪੋਲ ਖੁੱਲ੍ਹ ਚੁੱਕੀ ਸੀ। ਮੈਂ ਡਰ ਦੇ ਮਾਰੇ ਕਮਰੇ ਵਿੱਚ ਆ ਗਈ। ਮੈਂ ਆਪਣੇ ਰੱਬ ਨੂੰ ਯਾਦ ਕਰਨ ਲੱਗੀ, ਹੇ ਰੱਬਾ ਮੈਨੂੰ ਬਚਾ ਲੈ। ਫਿਰ ਥੋੜ੍ਹੀ ਦੇਰ ਬਾਅਦ ਜਾ ਕੇ ਦੇਖਿਆ, ਰਾਮੂ ਕੁਰਸੀ 'ਤੇ ਬੈਠਾ ਸੀ। ਮੈਂ ਕੋਲ ਜਾ ਕੇ ਪੁੱਛਿਆ, ਉਹ ਆਦਮੀ ਕੌਣ ਸੀ? ਉਸ ਨੇ ਮੈਨੂੰ ਦੇਖ ਕੇ ਬੋਲਿਆ, ਤੂੰ ਕੀ ਕਰੇਂਗੀ ਇਹ ਜਾਣ ਕੇ? ਇੱਥੇ ਹਜ਼ਾਰਾਂ ਲੋਕ ਆਉਂਦੇ ਹਨ। ਉਹ ਵੀ ਇੱਕ ਗਾਹਕੀ ਸੀ। ਤੇਰੀ ਤਸਵੀਰ ਦਿਖਾਈ ਤਾਂ ਕਹਿਣ ਲੱਗਾ ਕਿ ਉਹ ਤੈਨੂੰ ਜਾਣਦਾ ਹੈ। ਉਹ ਪੁੱਛ ਰਿਹਾ ਸੀ ਇਹ ਕੁੜੀ ਇੱਥੇ ਕਿਵੇਂ ਪਹੁੰਚੀ। ਫਿਰ ਮੈਂ ਉਸ ਨੂੰ ਦੱਸ ਦਿੱਤਾ ਕਿ ਉਸਦੇ ਪਿਓ ਨੇ ਉਸ ਨੂੰ ਵੇਚ ਦਿੱਤਾ, ਕਿਉਂਕਿ ਤੂੰ ਆਖਰੀ ਕੁੜੀ ਬਚੀ ਸੀ, ਪਰ ਉਸ ਨੇ ਤੇਰੇ ਨਾਲ ਸੌਣ ਤੋਂ ਇਨਕਾਰ ਕਰ ਦਿੱਤਾ। ਫਿਰ ਮੈਂ ਉਸ ਨੂੰ ਪੁੱਛਿਆ, ਉਸ ਨੇ ਇਨਕਾਰ ਕਿਉਂ ਕੀਤਾ? ਰਾਮੂ ਕਹਿੰਦਾ, ਪਤਾ ਨਹੀਂ, ਬਸ ਥੋੜ੍ਹਾ ਇੰਤਜ਼ਾਰ ਕਰ ਲੈ। ਮੈਂ ਕਮਰੇ ਵਿੱਚ ਵਾਪਸ ਆ ਗਈ, ਪਰ ਮੈਂ ਵਾਰ-ਵਾਰ ਸੋਚ ਰਹੀ ਸੀ, ਰਾਮੂ ਕਿਸ ਬਾਰੇ ਇੰਤਜ਼ਾਰ ਕਰਨ ਨੂੰ ਕਹਿ ਰਿਹਾ ਸੀ। ਹੁਣ 1 ਮਹੀਨੇ ਤੋਂ ਉੱਪਰ ਹੋ ਚੁੱਕਿਆ ਸੀ ਮੈਨੂੰ ਇੱਥੇ ਰਹਿੰਦਿਆਂ, ਪਰ ਅੱਜ ਵੀ ਮੈਂ ਬਿਲਕੁਲ ਪਵਿੱਤਰ ਸੀ। ਅੱਜ ਫਿਰ ਮੈਂ ਭੱਜਣ ਦਾ ਇਰਾਦਾ ਕੀਤਾ ਤੇ ਬਾਹਰ ਦੇਖਿਆ, ਰਾਮੂ ਪਹਿਰਾ ਦੇ ਰਿਹਾ ਸੀ। ਅੱਜ ਵੀ ਇੱਕ ਆਦਮੀ ਉਸ ਕੋਲ ਖੜਾ ਤੇ ਅੱਜ ਵੀ ਇੱਕ ਫੋਟੋ ਦਿਖਾ ਰਿਹਾ ਸੀ। ਉਸ ਆਦਮੀ ਨੇ ਉਹ ਫੋਟੋ ਦੇਖ ਕੇ ਅਜੀਬ ਜਿਹਾ ਵਿਵਹਾਰ ਕੀਤਾ ਤੇ ਕਹਿੰਦਾ, ਮੈਨੂੰ ਮਰਨ ਦਾ ਕੋਈ ਸ਼ੌਕ ਨਹੀਂ। ਜੇ ਕੋਈ ਹੋਰ ਕੁੜੀ ਹੈਗੀ ਤਾਂ ਦੱਸ, ਨਹੀਂ ਤਾਂ ਮੈਂ ਕੱਲ੍ਹ ਨੂੰ ਆ ਜਾਵਾਂਗਾ। ਇੰਨਾ ਕਹਿ ਕੇ ਉਹ ਚਲਾ ਗਿਆ। ਮੈਂ ਰਾਮੂ ਕੋਲੋਂ ਉਸ ਆਦਮੀ ਬਾਰੇ ਪੁੱਛਣਾ ਚਾਹੁੰਦੀ ਸੀ। ਐਨੇ ਨੂੰ ਮਾਲਕਣ ਰਾਮੂ ਕੋਲ ਆ ਕੇ ਪੁੱਛਣ ਲੱਗੀ ਕਿ ਕੋਈ ਨਵੀਂ ਕੁੜੀ ਆਈ ਹੈ ਕਿ ਨਹੀਂ। ਰਾਮੂ ਨੇ ਕਿਹਾ, ਨਹੀਂ ਮੈਡਮ ਜੀ, ਉਸ ਕੋਲ ਪੈਸੇ ਘੱਟ ਸੀ, ਥੋੜ੍ਹੇ ਪੈਸਿਆਂ 'ਤੇ ਕੁੜੀ ਨਾਲ ਰਹਿਣ ਦੀ ਜਿੱਦ ਕਰ ਰਿਹਾ ਸੀ। ਜਦੋਂ ਮੈਂ ਨਾ ਮੰਨਿਆ ਤਾਂ ਉਹ ਚਲਾ ਗਿਆ। ਮਾਲਕਣ ਨੇ ਕਿਹਾ, ਤੂੰ ਠੀਕ ਕੀਤਾ, ਅਜੇ ਤੱਕ ਉਸ ਕੁੜੀ ਨੂੰ ਕਿਸੇ ਨੇ ਛੋਹਿਆ ਨਹੀਂ। ਮੈਂ ਉਸ ਨੂੰ ਕਿਸੇ ਅਮੀਰ ਆਦਮੀ ਅੱਗੇ ਪੇਸ਼ ਕਰਾਂਗੀ, ਜੋ ਕਿ ਬਹੁਤ ਸਾਰੇ ਪੈਸੇ ਦੇਵੇਗਾ। ਉਸ ਦੀ ਗੱਲ ਸੁਣ ਕੇ ਮੇਰਾ ਦਿਲ ਕੀਤਾ ਕਿ ਮੈਂ ਇਸ ਔਰਤ ਦਾ ਗਲਾ ਘੁੱਟ ਦੇਵਾਂ, ਪਰ ਮੈਂ ਅਜਿਹਾ ਨਹੀਂ ਕਰ ਸਕਦੀ ਸੀ। ਮੈਨੂੰ ਬੇਚੈਨੀ ਹੋ ਰਹੀ ਸੀ ਕਿ ਮੈਂ ਰਾਮੂ ਨੂੰ ਪੁੱਛਾਂ ਕਿ ਉਹ ਆਦਮੀ ਉਸ ਨੂੰ ਕੀ ਕਹਿ ਰਿਹਾ ਸੀ। ਉਹ ਜ਼ਰੂਰ ਮੇਰੇ ਬਾਰੇ ਹੀ ਗੱਲ ਕਰ ਰਿਹਾ ਹੋਣਾ, ਕਿਉਂਕਿ ਮੈਂ ਹੀ ਕੁੜੀ ਬਚੀ ਸੀ ਜਿਸ ਨੂੰ ਕੋਈ ਲੈਣ ਨਹੀਂ ਆਇਆ ਸੀ। ਪਰ ਉਸ ਨੇ ਇਹ ਕਿਉਂ ਕਿਹਾ ਕਿ ਮੈਨੂੰ ਕੋਈ ਮਰਨ ਦਾ ਸ਼ੌਂਕ ਨਹੀਂ? ਮਾਲਕਣ ਰਾਮੂ ਨਾਲ ਪਤਾ ਨਹੀਂ ਕੀ ਗੱਲ ਕਰ ਰਹੀ ਸੀ। ਜਦੋਂ ਵੀ ਬਾਹਰ ਦੇਖਣ ਦੀ ਕੋਸ਼ਿਸ਼ ਕਰਦੀ, ਮਾਲਕਣ ਉਸ ਕੋਲ ਹੀ ਬੈਠੀ ਰਹੀ। ਅਗਲੇ ਦਿਨ ਬਿਨਾਂ ਸੋਚਿਆਂ ਮੈਂ ਰਾਮੂ ਕੋਲ ਜਾ ਕੇ ਖੜੀ ਹੋਈ। ਉਹ ਮੈਨੂੰ ਦੇਖ ਕੇ ਘਬਰਾ ਗਿਆ ਤੇ ਮੈਨੂੰ ਬਾਂਹ ਤੋਂ ਫੜ ਕੇ ਜਲਦੀ ਨਾਲ ਕਮਰੇ ਵਿੱਚ ਲੈ ਆਇਆ। ਉਹ ਕਹਿੰਦਾ, ਤੈਨੂੰ ਮਾਲਕਣ ਨੇ ਜੇ ਬਾਹਰ ਦੇਖ ਲਿਆ ਤਾਂ ਤੇਰੀ ਖੈਰ ਨਹੀਂ। ਮੈਂ ਉਸ ਨੂੰ ਕਿਹਾ, ਮੈਂ ਸਿਰਫ ਤੇਰੇ ਕੋਲੋਂ ਇੱਕ ਗੱਲ ਪੁੱਛਣੀ ਹੈ। ਪਰ ਉਸ ਨੇ ਮੇਰੀ ਕੋਈ ਗੱਲ ਸੁਣੇ ਬਿਨਾਂ ਹੀ ਮੈਨੂੰ ਕਮਰੇ ਅੰਦਰ ਰਹਿਣ ਲਈ ਕਿਹਾ। ਮੈਂ ਇਹ ਸੋਚ ਕੇ ਚੁੱਪ ਹੋ ਗਈ ਕਿ ਚਲੋ ਮੇਰੀ ਇੱਜ਼ਤ ਬਚ ਰਹੀ ਹੈ, ਪਰ ਇਹ ਮੇਰੀ ਗਲਤਫਹਿਮੀ ਸਾਬਤ ਹੋਈ। ਜਦੋਂ ਸਾਰੀਆਂ ਕੁੜੀਆਂ ਆਪਣੇ ਆਪਣੇ ਕੰਮ 'ਤੇ ਚਲੀਆਂ ਗਈਆਂ, ਮੈਂ ਇਕੱਲੀ ਰਹਿ ਗਈ ਤਾਂ ਬਾਹਰੋਂ ਇੱਕ ਮੁੰਡੇ ਦੀ ਆਵਾਜ਼ ਆਈ ਕਿ ਮੈਨੂੰ ਤਾਂ ਇਸੇ ਕੁੜੀ ਨਾਲ ਰਾਤ ਗੁਜ਼ਾਰਨੀ ਹੈ। ਇਹ ਸੁਣ ਕੇ ਮੇਰੀ ਜਾਨ ਨਿਕਲ ਗਈ। ਮੈਨੂੰ ਪਤਾ ਸੀ ਕਿ ਮੇਰੇ ਰੋਣ ਦਾ ਕੋਈ ਫਾਇਦਾ ਨਹੀਂ। ਰਾਮੂ ਮੈਨੂੰ ਕਹਿਣ ਲੱਗਾ, ਪ੍ਰਭ ਫਿਕਰ ਨਾ ਕਰ, ਜਿਹੜਾ ਮੁੰਡਾ ਆ ਰਿਹਾ ਹੈ ਉਸ ਨਾਲ ਗੱਲ ਕਰ ਲਈ। ਮੈਂ ਉਸ ਨੂੰ ਗੁੱਸੇ ਵਿੱਚ ਕਿਹਾ, ਮੈਨੂੰ ਕਿਸੇ ਨਾਲ ਕੋਈ ਗੱਲ ਨਹੀਂ ਕਰਨੀ। ਉਹ ਮੈਨੂੰ ਉਸ ਦੇ ਕਮਰੇ ਵਿੱਚ ਛੱਡ ਕੇ ਚਲਾ ਗਿਆ। ਮੇਰੇ ਦਿਲ ਦੀ ਧੜਕਣ ਬਹੁਤ ਤੇਜ਼ ਹੋ ਰਹੀ ਸੀ। ਉਹ ਮੁੰਡਾ ਦਰਵਾਜ਼ੇ ਵੱਲ ਮੂੰਹ ਕਰਕੇ ਖੜਾ ਸੀ। ਜਦੋਂ ਉਸਨੇ ਮੇਰੇ ਵੱਲ ਮੂੰਹ ਫੇਰਿਆ ਤਾਂ ਮੈਂ ਦੇਖ ਕੇ ਹੈਰਾਨ ਰਹਿ ਗਈ। ਉਹ ਵੀ ਮੇਰੇ ਮੁਹੱਲੇ ਵਾਲਾ ਦੀਪ ਸੀ। ਜਦੋਂ ਮੇਰੀ ਮਾਂ ਜਿਉਂਦੀ ਸੀ, ਇਸ ਦੀਪ ਨੇ ਆਪਣੇ ਲਈ ਮੇਰਾ ਰਿਸ਼ਤਾ ਮੰਗਿਆ ਸੀ, ਪਰ ਉਸ ਸਮੇਂ ਮੇਰੀ ਖੂਬਸੂਰਤੀ ਦੇ ਹੰਕਾਰ ਵਿੱਚ ਮੈਂ ਇਸ ਰਿਸ਼ਤੇ ਲਈ ਮਨਾ ਕਰ ਦਿੱਤਾ ਸੀ, ਕਿਉਂਕਿ ਦੀਪੇ ਦਾ ਇੱਕ ਐਕਸੀਡੈਂਟ ਵਿੱਚ ਪੈਰ ਖਰਾਬ ਹੋ ਗਿਆ ਸੀ। ਉਹ ਲੰਗੜਾ ਕੇ ਚੱਲਦਾ ਸੀ। ਮੈਂ ਇਹ ਕਹਿ ਕੇ ਰਿਸ਼ਤੇ ਤੋਂ ਮਨਾ ਕਰ ਦਿੱਤਾ ਸੀ ਕਿ ਮੈਂ ਕਿਸੇ ਲੰਗੜੇ ਨਾਲ ਵਿਆਹ ਨਹੀਂ ਕਰਵਾਵਾਂਗੀ। ਮੇਰੀ ਮਾਂ ਨੇ ਮੈਨੂੰ ਬਹੁਤ ਸਮਝਾਇਆ ਸੀ ਕਿ ਤੇਰੇ ਪਿਓ ਦੇ ਲੱਛਣਾਂ ਕਰਕੇ ਹੋਰ ਕੋਈ ਰਿਸ਼ਤਾ ਨਹੀਂ ਆਵੇਗਾ। ਤੂੰ ਇਸ ਨਾਲ ਸੁਖੀ ਰਹੇਂਗੀ, ਕਿਉਂਕਿ ਦੀਪ ਤੈਨੂੰ ਪਸੰਦ ਕਰਦਾ ਹੈ। ਜਦੋਂ ਮੈਂ ਰਿਸ਼ਤੇ ਤੋਂ ਮਨਾ ਕਰਤਾ ਸੀ
ਤਾਂ ਉਸ ਤੋਂ ਬਾਅਦ ਦੀਪ ਮੇਰੇ ਕੋਲ ਆਇਆ ਸੀ ਇਹ ਕਹਿਣ ਕਿ ਉਹ ਮੈਨੂੰ ਬਹੁਤ ਪਿਆਰ ਕਰਦਾ ਹੈ ਤੇ ਮੇਰੀ ਹਰ ਖੁਸ਼ੀ ਦਾ ਖਿਆਲ ਰੱਖੇਗਾ। ਪਰ ਮੈਂ ਉਸਦੀ ਇੱਕ ਨਹੀਂ ਸੁਣੀ। ਮੈਂ ਉਸ ਨੂੰ ਗੁੱਸੇ ਨਾਲ ਕਿਹਾ, ਤੂੰ ਤਾਂ ਬਹੁਤ ਜ਼ਿਆਦਾ ਸਾਊ ਬਣਿਆ ਫਿਰਦਾ ਸੀ। ਅੱਜ ਮੇਰੀ ਲਾਚਾਰੀ ਦੇਖ ਕੇ ਤੂੰ ਆਪਣਾ ਅਸਲੀ ਰੰਗ ਦਿਖਾ ਦਿੱਤਾ। ਉਸਨੇ ਮੈਨੂੰ ਕਿਹਾ, ਹੌਲੀ ਬੋਲ, ਮੈਂ ਤੈਨੂੰ ਇੱਥੋਂ ਆਜ਼ਾਦ ਕਰਵਾਉਣ ਆਇਆ ਹਾਂ। ਉਸ ਦੀ ਗੱਲ ਸੁਣ ਕੇ ਮੈਂ ਸ਼ਾਂਤ ਹੋ ਗਈ। ਉਸਨੇ ਦੱਸਿਆ ਕਿ ਜਿਸ ਦਿਨ ਉਹ ਮੁੰਡੇ ਤੈਨੂੰ ਤੇਰੇ ਪਿਓ ਤੋਂ ਲੈ ਕੇ ਜਾ ਰਹੇ ਸੀ ਤਾਂ ਉਸਨੇ ਉਹਨਾਂ ਦਾ ਪਿੱਛਾ ਕੀਤਾ ਸੀ। ਫਿਰ ਮੈਂ ਉੱਥੇ ਆਇਆ ਤੈਨੂੰ ਲੈਣ ਵਾਸਤੇ, ਪਰ ਕੋਠੀ ਦੀ ਮਾਲਕਣ ਜ਼ਿਆਦਾ ਪੈਸੇ ਮੰਗ ਰਹੀ ਸੀ ਜੋ ਮੈਂ ਨਹੀਂ ਦੇ ਸਕਿਆ। ਫਿਰ ਉਸ ਦਿਨ ਮੈਂ ਰਾਤ ਨੂੰ ਇੱਥੇ ਦੇਖਿਆ ਕਿ ਮੇਰਾ ਕਾਲਜ ਦਾ ਦੋਸਤ ਰਾਮੂ ਇੱਥੇ ਮਜਬੂਰੀ ਵਸ ਕੰਮ ਕਰ ਰਿਹਾ ਹੈ। ਉਸਨੇ ਮੇਰੇ ਨਾਲ ਵਾਅਦਾ ਕੀਤਾ ਕਿ ਪ੍ਰਭ ਨੂੰ ਕੁਝ ਨਹੀਂ ਹੋਣ ਦੇਵੇਗਾ। ਰਾਮੂ ਜਦੋਂ ਵੀ ਤੇਰੀ ਫੋਟੋ ਕਿਸੇ ਗਾਹਕ ਨੂੰ ਦਿਖਾਉਂਦਾ ਤੇ ਗਾਹਕ ਉਸ ਨੂੰ ਪਸੰਦ ਕਰਦਾ ਤਾਂ ਰਾਮੂ ਉਸ ਨੂੰ ਕਹਿ ਦਿੰਦਾ ਕਿ ਇਸ ਕੁੜੀ ਨੂੰ ਤਾਂ ਏਡਜ਼ ਹੈ ਤੇ ਕੋਈ ਡਰਦਾ ਮਾਰਾ ਤੇਰੇ ਲਈ ਹਾਂ ਨਾ ਕਰਦਾ। ਇਹਨਾਂ ਦਿਨਾਂ ਦੇ ਦੌਰਾਨ ਮੈਂ ਤੈਨੂੰ ਛੁਡਾਉਣ ਲਈ ਪੈਸਿਆਂ ਦਾ ਇੰਤਜ਼ਾਮ ਕਰਨਾ ਚਾਹੁੰਦਾ ਸੀ, ਪਰ ਜੋ ਨਹੀਂ ਕਰ ਪਾ ਰਿਹਾ ਸੀ। ਫਿਰ ਰਾਮੂ ਨੇ ਮੈਨੂੰ ਸਲਾਹ ਦਿੱਤੀ ਕਿ ਤੂੰ ਗਾਹਕ ਬਣ ਕੇ ਪ੍ਰਭ ਨੂੰ ਰਾਤ ਦੇ ਹਨੇਰੇ ਵਿੱਚ ਲੈ ਕੇ ਭੱਜ ਜਾਵੀਂ। ਅੱਜ ਮੈਂ ਤੈਨੂੰ ਇੱਥੋਂ ਕੱਢਣ ਆਇਆ ਹਾਂ। ਰਾਮੂ ਨੇ ਇਸ ਕੋਠੇ ਦੀ ਮਾਲਕਣ ਨੂੰ ਚਾਹ ਵਿੱਚ ਨੀਂਦ ਦੀ ਗੋਲੀਆਂ ਪਾ ਕੇ ਦੇ ਦਿੱਤੀਆਂ ਹਨ। ਉਹ ਸਵੇਰ ਤੋਂ ਪਹਿਲਾਂ ਨਹੀਂ ਉੱਠੇਗੀ। ਹੁਣ ਸਿਰਫ ਪਹਿਰੇਦਾਰਾਂ ਦੀ ਸਮੱਸਿਆ ਹੈ। ਮੈਂ ਆਪਣੇ ਆਪ 'ਤੇ ਸ਼ਰਮਿੰਦਾ ਹੋ ਰਹੀ ਸੀ ਕਿ ਇੱਕ ਛੋਟੀ ਜਿਹੀ ਕਮੀ ਦੇ ਕਾਰਨ ਇਸ ਇਨਸਾਨ ਨੂੰ ਮਨਾ ਕੀਤਾ ਸੀ। ਅੱਜ ਉਹੀ ਇਨਸਾਨ ਮੇਰੀ ਇੱਜ਼ਤ ਬਚਾਉਣ ਲਈ ਆਪਣੀ ਜਾਨ 'ਤੇ ਖੇਡ ਰਿਹਾ ਸੀ। ਮੈਂ ਰੋਂਦੇ ਹੋਏ ਉਸ ਨੂੰ ਘੁੱਟ ਕੇ ਗਲ ਨਾਲ ਲਾ ਲਿਆ। ਮੈਂ ਉਸ ਤੋਂ ਮਾफ़ੀ ਮੰਗੀ। ਉਸਨੇ ਮੈਨੂੰ ਮਾफ़ ਕਰ ਦਿੱਤਾ। ਉਸਨੇ ਮੈਨੂੰ ਹੌਸਲਾ ਦਿੱਤਾ ਕਿ ਫਿਕਰ ਨਾ ਕਰੀ, ਅਸੀਂ ਇੱਥੋਂ ਸਹੀ ਸਲਾਮਤ ਨਿਕਲ ਜਾਵਾਂਗੇ ਤੇ ਅਸੀਂ ਇੱਕ ਖੂਬਸੂਰਤ ਤੇ ਸੋਹਣੀ ਇੱਜ਼ਤ ਵਾਲੀ ਜ਼ਿੰਦਗੀ ਜੀਵਾਂਗੇ। ਐਨੇ ਨੂੰ ਰਾਮੂ ਕਮਰੇ ਵਿੱਚ ਆਇਆ ਤੇ ਕਹਿਣ ਲੱਗਿਆ, ਮਾਲਕਣ ਸੋ ਰਹੀ ਹੈ ਤੇ ਇੱਕ ਪਹਿਰੇਦਾਰ ਬਾਥਰੂਮ ਵਿੱਚ ਹੈ ਤੇ ਇੱਕ ਪਹਿਰੇਦਾਰ ਨੂੰ ਮੈਂ ਗੱਲਾਂ ਵਿੱਚ ਲਾ ਲਵਾਂਗਾ ਤੇ ਤੁਸੀਂ ਛੇਤੀ ਨਾਲ ਇੱਥੋਂ ਨਿਕਲ ਜਾਇਓ। ਜਾਣ ਤੋਂ ਪਹਿਲਾਂ ਮੈਂ ਰਾਮੂ ਦਾ ਸ਼ੁਕਰੀਆ ਅਦਾ ਕੀਤਾ। ਉਸ ਨੇ ਮੇਰਾ ਸਿਰ ਪਲੋਸਿਆ ਤੇ ਮੈਨੂੰ ਕਿਹਾ, ਤੈਨੂੰ ਆਪਣੀ ਛੋਟੀ ਭੈਣ ਮੰਨਦਾ ਹਾਂ। ਭੈਣਾਂ ਨੂੰ ਭਰਾਵਾਂ ਦਾ ਸ਼ੁਕਰੀਆ ਨਹੀਂ ਬਲਕਿ ਭਰਾਵਾਂ 'ਤੇ ਹੱਕ ਜਤਾਉਣਾ ਚਾਹੀਦਾ ਹੈ। ਉਸ ਦੀ ਗੱਲ ਸੁਣ ਕੇ ਮੈਂ ਖੁਸ਼ ਹੋ ਗਈ ਤੇ ਅਸੀਂ ਜਲਦੀ ਨਾਲ ਗੇਟ ਵੱਲ ਵਧੇ। ਕੁਝ ਹੀ ਦੇਰ ਵਿੱਚ ਮੈਂ ਉਸ ਕੈਦ 'ਚੋਂ ਆਜ਼ਾਦ ਹੋ ਚੁੱਕੀ ਸੀ। ਹੁਣ ਮੈਂ ਇੱਕ ਖੁਸ਼ੀ ਭਰੀ ਜ਼ਿੰਦਗੀ ਦੇ ਸੁਪਨੇ ਦੇਖ ਰਹੀ ਸੀ। ਦੀਪ ਦੇ ਹੱਥ ਵਿੱਚ ਹੱਥ ਪਾ ਕੇ ਜਦੋਂ ਮੈਂ ਤੁਰ ਰਹੀ ਸੀ ਤਾਂ ਮੈਂ ਆਪਣੇ ਆਪ ਨੂੰ ਦੁਨੀਆ ਦੀ ਸਭ ਤੋਂ ਖੁਸ਼ਕਿਸਮਤ ਕੁੜੀ ਸਮਝ ਰਹੀ ਸੀ। ਦੀਪ ਮੈਨੂੰ ਦੱਸ ਰਿਹਾ ਸੀ ਕਿ ਉਸ ਦੀ ਨੌਕਰੀ ਦੂਜੇ ਸ਼ਹਿਰ ਵਿੱਚ ਲੱਗ ਚੁੱਕੀ ਹੈ ਤੇ ਉਹ ਮੈਨੂੰ ਤੇ ਆਪਣੀ ਮਾਂ ਨੂੰ ਉੱਥੇ ਹੀ ਲੈ ਜਾਵੇਗਾ। ਗੱਲਾਂ ਕਰਦੇ ਕਰਦੇ ਅਸੀਂ ਦੀਪ ਦੇ ਦੋਸਤ ਦੇ ਫਲੈਟ ਉੱਤੇ ਪਹੁੰਚ ਗਏ। ਫਿਰ ਮੈਂ ਆਪਣੇ ਪਿਓ ਬਾਰੇ ਪੁੱਛਿਆ ਤਾਂ ਉਸਨੇ ਕਿਹਾ ਕਿ ਮੇਰੇ ਪਿਓ ਨੇ ਜੂਏ ਦੀ ਆਦਤ ਨਹੀਂ ਛੱਡੀ ਸੀ। ਇੱਕ ਦਿਨ ਜੂਆ ਖੇਡਦੇ ਹੋਏ ਉਸ ਦੀ ਕਿਸੇ ਨਾਲ ਲੜਾਈ ਹੋ ਗਈ, ਜਿਸ ਵਜ੍ਹਾ ਨਾਲ ਕਿਸੇ ਨੇ ਉਸ ਦੇ ਸਿਰ ਵਿੱਚ ਕਿਸੇ ਤਿੱਖੀ ਚੀਜ਼ ਨਾਲ ਵਾਰ ਕਰ ਦਿੱਤਾ ਤੇ ਉਹ ਥਾਂ ਹੀ ਮਰ ਗਿਆ। ਇਹ ਗੱਲ ਸੁਣ ਕੇ ਮੇਰੀਆਂ ਅੱਖਾਂ 'ਚੋਂ 4-5 ਹੰਝੂ ਡਿੱਗੇ, ਪਰ ਛੇਤੀ ਹੀ ਸੰਭਲ ਗਈ ਕਿਉਂਕਿ ਅਜਿਹੇ ਪਿਓ ਨਾਲੋਂ ਪਿਓ ਨਾ ਹੋਣ ਦੇ ਨਾਲ ਮੈਂ ਜ਼ਿਆਦਾ ਸੁਰੱਖਿਅਤ ਮਹਿਸੂਸ ਕਰ ਰਹੀ ਸੀ। ਕੁਝ ਦਿਨਾਂ ਬਾਅਦ ਮੈਂ ਦੀਪ ਤੇ ਦੀਪ ਦੀ ਮਾਂ ਨਵੇਂ ਸ਼ਹਿਰ ਵਿੱਚ ਵਸ ਗਏ। ਉੱਥੇ ਸਾਡਾ ਵਿਆਹ ਬਹੁਤ ਜ਼ਿਆਦਾ ਸਧਾਰਨ ਰੂਪ ਵਿੱਚ ਕੀਤਾ ਗਿਆ ਤੇ ਅਸੀਂ ਬਹੁਤ ਖੁਸ਼ ਸੀ। ਦੀਪ ਦੀ ਮਾਂ ਹਮੇਸ਼ਾ ਮੈਨੂੰ ਆਪਣੀ ਧੀ ਵਾਂਗ ਪਿਆਰ ਕਰਦੀ। ਉਹਨਾਂ ਨੇ ਮੈਨੂੰ ਕਦੇ ਵੀ ਆਪਣੀ ਮਾਂ ਦੀ ਕਮੀ ਮਹਿਸੂਸ ਨਹੀਂ ਹੋਣ ਦਿੱਤੀ। ਦੀਪ ਮੇਰੀ ਹਰ ਖੁਸ਼ੀ ਪੂਰੀ ਕਰਦੇ ਤੇ ਵਿਆਹ ਦੇ 2 ਸਾਲ ਬਾਅਦ ਸਾਡੇ ਘਰ ਵਿੱਚ ਇੱਕ ਪਿਆਰੇ ਜਿਹੇ ਪੁੱਤ ਦੇ ਜਨਮ ਲਿਆ। ਹੁਣ ਮੈਂ ਇੱਕ ਬਹੁਤ ਪਿਆਰੀ ਤੇ ਬਹੁਤ ਸੋਹਣੀ ਜ਼ਿੰਦਗੀ ਜੀ ਰਹੀ ਹਾਂ, ਜਿਸ ਵਿੱਚ ਸਿਰਫ ਪਿਆਰ ਤੇ ਖੁਸ਼ੀਆਂ ਹਨ। ਧੰਨਵਾਦ ਜੀ।